ਅੱਜ ਆਪਾਂ ਸਟਾਰਟ ਕਰਨਾ ਜਿਹੜਾ ਲਾਸਟ ਡੇ ਟੌਪਿਕ ਕੀਤਾ ਸੀ ਸੋਲੂਸ਼ਨ ਆਫ ਡਿਫਰੈਂਸ਼ੀਅਲ ਇਕੁਏਸ਼ਨ ਆਫ ਸਿੰਪਲ ਹਾਰਮੋਨਿਕ ਮੋਸ਼ਨ। ਜਿਹੜੀ ਆਪਾਂ ਲਾਸਟ ਤੇ ਡਿਸਕਸ ਕੀਤੀ ਸੀ ਵੀ ਇਕੁਏਸ਼ਨ ਆਫ ਜਿਹੜੀ ਡੈਂਪਡ ਸਿੰਪਲ ਹਾਰਮੋਨਿਕ ਮੋਸ਼ਨ, ਅੱਜ ਅਸੀਂ ਉਹਦਾ ਸੋਲੂਸ਼ਨ ਜਿਹੜਾ ਉਹ ਡਿਸਕਸ ਕਰਨਾ। ਔਰ ਜਿਹੜੀ ਫਸਟ ਪਹਿਲਾਂ ਅਸੀਂ ਲਾਸਟ ਡੇ ਵਾਲੀ ਡਿਫਰੈਂਸ਼ੀਅਲ ਇਕੁਏਸ਼ਨ ਜਿਹੜੀ ਉਹ ਰਾਈਟ ਕਰਾਂਗੇ। ਸਾਨੂੰ ਉਹਦਾ ਸੋਲੂਸ਼ਨ ਜਿਹੜਾ ਪਤਾ ਲੱਗ ਸਕੇ। फर्स्ट ਆਪਾਂ डिफरेंशियल इक्वेशन राइट करते हैं। इसे ਆਪਾਂ डिफरेंशियल इक्वेशन d स्क्वायर x ओवर dt स्क्वायर नेक्स्ट है ਤੁਹਾਡੇ ਕੋਲ ਆਇਆ ਸੀ 2b dx ओवर dt प्लस ओमेगा स्क्वायर x इक्वल टू 0। ਇਹ ਕੀਤਾ ਸੀ ਇਹ ਸਾਡੇ ਕੋਲ ਇੱਕ डिफरेंशियल इक्वेशन ਸੀगी किदी सिंपल डिफरेंशियल इक्वेशन सी अपने को किदी सिंपल हार्मोनिक मोशन दी वो भी किस टाइम ते जो आप की कह रहे सी वो भी सी डैम्पड ऑसिलेशंस की वजह से डैम्पड हो जाती सी। सिंपल हार्मोनिक मोशन दियां डैम्पड ऑसिलेशंस दा ਆਪਾਂ स्टडी ਕੀਤੀ ਸੀ। ਅਸੀਂ ਇੱਥੇ ਹੀ ਕਰਾਂਗੇ ਕਿਹੜਾ ਸੋਲੂਸ਼ਨ ਹੈ डिफरेंशियल इक्वेशन जो लास्ट ਡੇ डिस्कस ਕੀਤੀ ਹੈ ਇਹ ਚ ਆਪਾਂ ਸਟੱਡੀ ਕੀਤਾ ਸੀ ਵੀ ਜਿਹੜਾ 2b ਪਾਰਟ ਲੈਟ ਕੀਤਾ ਸੀ ਇਹ ਕੀ ਸੀਗਾ, ਇਹ ਸਾਡੇ ਕੋਲ ਇੱਕ ਡੈਂਪਿੰਗ ਫੈਕਟਰ ਸੀਗਾ ਜਿਹੜਾ ਓਮੇਗਾ ਸੀ। ਇਹ ਤੁਹਾਡੇ ਕੋਲ ਕੀ ਸੀਗਾ, ਇਹ ਆਪਣੇ ਕੋਲ ਹੈਗਾ ਸੀਗਾ स्टिफनेस कांस्टेंट। ये दो पार्ट ਆਪਾਂ स्टडी ਕੀਤੇ लास्ट डिफरेंशियल इक्वेशंस सिंपल हार्मोनिक मोशन ਤੇ 2b ਕੀ ਸੀ ਆਪਣੇ ਕੋਲ ਧਿਆਨ ਚੋਵੇ ਤੁਹਾਡੇ r ਪੌਨ m ਨੂੰ ਆਪਾਂ ਲੈਟ ਕੀਤਾ ਸੀ ਡੈਂਪਿੰਗ ਫੈਕਟਰ। ਦੂਸਰੀ ਸਾਈਡ ਤੁਹਾਡੇ ਕੋਲ ਸਟਿਫਨੈਸ फैक्टर की सीगा एस पॉन एम इन्हों आप पुट किया ओमेगा नॉट का स्केयर। इतों आप डिफरेंशियल इक्वेशन जी तैयार की उसनों सोल्यूशन है वो दसना आप करना लैट डिफरेंशियल इक्वेशन का सोल्यूशन। तो तुम लैट करके चलो जी अपने को डिफरेंशियल इक्वेशन का जो सोल्यूशन है वो की है एक्स इक्वल टू ए ई रेस टू अल्फा टी। इतने कुछ टर्मां यूज की ने ए फॉर एम्पलीट्यूड होंगे ये एक्सपोनेंशियल फॉर्म है ये वह कोई आप कह सकते सोल्यूशन है जोड़ा जिम्मे आप एक्स दी वैल्यूज करते हैं वो वाला एक्स थोड़े को पहले भी करके गए। ऑसिलेशन जिहड़ियां उहदी रेट है वो कितों पता लगती सानू एक्स जी ऑसिलेशंस कितनी हो रही हम साडी डिफरेंशियल इक्वेशन ਅਸੀਂ देख रहे हैं एक्स है ऑसिलेशन का जी रेट दस रहे सानू सैकेंड डेरीवेटिव है इतने फर्स्ट है इतने नॉर्मल एक्स है तो आप की करांगे इहदा फर्स्ट डेरीवेटिव करांगे फिर सैकेंड करांगे उन्होंने इस इक्वेशन दे विच सबस्टिट्यूट करना। फर्स्ट इहदा डेरीवेटिव करो डी एक्स ओवर डी टी एज इट सानू पता ई रेस टू जो अल्फा डी है टी के रिस्पैक्ट हो रहे डेरीवेटिव तो ई रेस टू अल्फा टी तो उम्मीद रह जू तो अल्फा टी का कितना आ जाना अल्फा क्योंकि सानू पता ई रेस टू डेरीवेटिव होंगे जोड़े वो एज इट आते हैं पर अल्फा टी का करा तो अल्फा जो जे इस इक्वेशन का जे आप करिए सैकेंड डेरीवेटिव वो कितना छू ये तो एज इट ही रह जू जो एम्पलीट्यूड थोड़े को ई रेस टू अल्फा टी ए भी एज इट रह बट एक अल्फा ऑलरेडी पहले ही है एक अल्फा हो रहा है दोबारा डेरीवेटिव होने करके ताकि बन जूगा अल्फा का स्केयर। हुण असीं
ਇਹ ਵਾਲੀਆਂ ਵੈਲਿਊਜ਼ ਇਹਨੂੰ ਸੈਕੰਡ ਕਹਿ ਦੋ ਇਕੁਏਸ਼ਨ, ਇਹਨੂੰ ਥਰਡ, ਇੱਕ ਇਹ ਵਾਲਾ ਪਾਰਟ, ਇਹ ਅਸੀਂ ਸਾਰੇ ਪੁੱਟ ਕਰਾਂਗੇ ਇਕੁਏਸ਼ਨ ਨੰਬਰ ਫਸਟ ਦੇ ਵਿੱਚ। ਤਾਂ ਫਸਟ ਆਪਣੇ ਕੋਲ ਕੀ ਹੈ ਇੱਥੇ dx dt ਸਕੁਅਰ प्लस 2b dx over dt ओमेगा स्क्वायर नॉट द x इक्वल टू 0। ਹੁਣ ਆਪਾਂ ਕੀ ਕਰਨਾ ਇੱਥੇ ਵੈਲਿਊਜ਼ ਪੁੱਟ ਕਰਾਂਗੇ ਕਿਹੜੇ ਕਿਹੜੇ ਪਾਰਟ ਦੀਆਂ, ਇੱਕ ਤਾਂ ਸੈਕੰਡ ਡਿਫਰੈਂਸ਼ੀਅਲ ਇਕੁਏਸ਼ਨ ਸੀ ਇਹਨੂੰ ਪੁੱਟ ਕਰਾਂਗੇ ਅਸੀਂ, ਕਿੰਨੀ ਵੈਲਿਊ ਹੈ ਜੀ a second e ਇੱਥੋਂ ਕਿੰਨਾ ਜੂਗਾ ਅਲਫਾ ਸਕੁਅਰ ਤੇ ਇਹਦੇ ਨਾਲ ਹੀ e ਰੇਜ਼ ਟੂ ਅਲਫਾ t। ਨੈਕਸਟ ਸਟੈਪ ਹੈਗੇ ਆਪਣੇ ਕੋਲ dx upon dt, ਤਾਂ ਇਹਦੀ ਪਲੇਸ ਤੇ ਆਪਾਂ ਕੀ ਪੁੱਟ ਕਰਾਂਗੇ dt ਦੀ ਵੈਲਿਊ ਉਹ ਕਿੰਨੀ ਹੈ ਸਾਡੇ ਕੋਲ a e ਰੇਜ਼ ਟੂ ਅਲਫਾ t into ਅਲਫਾ, ਰਹਿ ਗਿਆ ਓਮੇਗਾ ਸਕੁਅਰ x, ਇੱਥੇ ਅਸੀਂ ਕੀ ਕਰਾਂਗੇ ਇਹਨੂੰ x ਨੂੰ ਹਟਾ ਦਾਂਗੇ, x ਦੀ ਪਲੇਸ ਤੇ ਕੀ ਭਰ ਦਾਂਗੇ a e ਰੇਜ਼ ਟੂ ਅਲਫਾ t ਇਕੁਅਲ ਟੂ 0। ਹੁਣ ਤੁਹਾਨੂੰ ਇਹਦੇ ਵਿੱਚ ਕੁਝ ਕਾਮਨ ਜਿਹੜੀ ਵੈਲਿਊ ਦਿਸ ਰਹੀ ਹੋਊਗੀ ਜਿਹੜੀ ਆਪਾਂ ਸਾਂਝੀ ਕੱਢ ਸਕਦੇ, ਉਹ ਕਿਹੜੀ ਹੈ, ਇੱਕ ਤਾਂ a ਕਾਮਨ ਆ ਰਿਹਾ ਸਾਰੇ ਦੇ ਵਿੱਚ, ਇੱਕ e ਰੇਜ਼ ਟੂ ਅਲਫਾ t, ਇਹ ਅਸੀਂ ਕਾਮਨ ਕਰਾਂਗੇ ਇਹਦੇ ਵਿੱਚੋਂ, ਤਾਂ ਸਾਡੇ ਕੋਲ ਕਾਮਨ ਆ ਗਿਆ ਸਾਡੇ ਕੋਲ a e ਰੇਜ਼ ਟੂ ਅਲਫਾ t, ਬ੍ਰੈਕਟ ਦੇ ਵਿੱਚ ਕੀ ਰਹਿ ਜਾਣਾ ਜਿਹੜਾ ਬਾਕੀ ਪੋਰਸ਼ਨ ਆ ਸਾਡੇ ਕੋਲ, ਇੱਥੋਂ ਕੀ ਬਚ ਜਾਣਾ ਕੱਲਾ ਅਲਫਾ ਦਾ ਸਕੁਅਰ, ਇੱਥੋਂ ਇਹ ਤਾਂ ਕਾਮਨ ਚਲਾ ਗਿਆ, ਇੱਕ ਅਲਫਾ ਬਚ ਗਿਆ, ਇੱਕ 2b, ਇੱਥੇ ਤੁਹਾਡਾ ਪਾਰਟ ਰਹਿ ਗਿਆ 2b ਅਲਫਾ ਪਲਸ ਇੱਥੇ ਟੂਲ ਕੀ ਰਹਿ ਗਿਆ ਓਮੇਗਾ ਦਾ ਸਕੁਅਰ, ਓਮੇਗਾ ਨੋਟ ਦਾ ਸਕੁਅਰ ਇਕੁਅਲ ਟੂ 0। ਹੁਣ ਆਪਾਂ ਇਹਦਾ ਸੋਲੂਸ਼ਨ ਲੱਭਣਾ ਡਿਫਰੈਂਸ਼ੀਅਲ ਇਕੁਏਸ਼ਨ ਦਾ। ਇਹ ਡਿਫਰੈਂਸ਼ੀਅਲ ਇਕੁਏਸ਼ਨ ਬਿਲਕੁਲ ਤੁਹਾਡਾ ਜਿਹੜਾ ਤੁਸੀਂ ਡਿਫਰੈਂਸ਼ੀਅਲ ਇਕੁਏਸ਼ਨ ਪੜ੍ਹਦੇ ਹੋ ਨਾ ਤੁਹਾਡਾ ਮੈਥ, ਉਹਦੇ ਵਾਲੇ ਮੈਥਡ ਇਹਦੇ ਵਿੱਚ ਫੋਲੋ ਕਰਨੀ। ਹੁਣ ਦੇਖੋ ਜਿਹੜਾ a e ਰੇਜ਼ ਟੂ ਅਲਫਾ d ਹੈ, ਇਹ ਤਾਂ ਕੀ ਕੈਨ ਨਾਟ ਬੀ 0, ਇਹ ਤਾਂ 0 ਹੋ ਨਹੀਂ ਸਕਦਾ, ਕਿਉਂਕਿ ਜਦੋਂ ਆਪਾਂ e ਦੀ ਐਕਸਪੈਂਸ਼ਨ ਖੋਲਦੇ ਹੁੰਦੇ ਤੁਹਾਡੇ ਧਿਆਨ ਚ ਤਾਂ 1 plus 1 upon √2, ਉਹ ਜਿਹੜਾ ਵੀ ਪਾਵਰ ਆਉਂਦੀ ਹੈ ਥੀਟਾ ਜਿਵੇਂ, ਤੇ ਫਿਰ 1/1 ਥੀਟਾ ਦਾ ਸਕੁਅਰ, ਯਾਨੀ ਕਿ ਆਪਾਂ ਇਹ ਕਹ ਲਓ ਵੀ e ਰੇਜ਼ ਟੂ ਫਾਰਮ ਖੋਲਾਂਗੇ ਤਾਂ ਸਾਰੀਆਂ ਪੋਜ਼ਿਟਿਵ ਟਰਮਸ ਹੋਣਗੀਆਂ, ਉਹਨਾਂ ਦਾ ਪਲੱਸ ਹੋਊਗਾ, ਤਾਂ ਇਹ ਤਾਂ 0 ਦੇ ਬਰਾਬਰ ਨਹੀਂ ਆ ਸਕਦਾ। ਜੇ ਇਹ 0 ਦੇ ਬਰਾਬਰ ਨਹੀਂ ਆਉਂਦਾ ਤਾਂ ਫਿਰ ਕਿਹੜਾ ਪਾਰਟ 0 ਦੇ ਇਕੁਅਲ ਆ ਸਕਦਾ, ਸਿਰਫ ਇਹ ਵਾਲਾ, ਤਾਂ ਆਪਾਂ ਇੱਥੇ ਲਿਖਾਂਗੇ ਅਲਫਾ ਦਾ ਸਕੁਅਰ 2b ਅਲਫਾ ਓਮੇਗਾ ਨੋਟ ਦਾ ਸਕੁਅਰ ਇਕੁਅਲ ਟੂ 0। ਹੁਣ ਤੁਸੀਂ ਇੱਕ ਧਿਆਨ ਚ ਹੋਵੇ ਡਿਸਕ੍ਰਿਮੀਨੈਂਟ ਮੈਥਡ ਫੋਲੋ ਕਰਦੇ ਸੀ ਲੋਅਰ ਕਲਾਸਿਸ ਦੇ ਵਿੱਚ, ਤਾਂ ਉੱਥੇ ਆਪਣੇ ਕੋਲ ਕਿਹੜੀਆਂ ਕਿਹੜੀਆਂ ਟਰਮਾਂ ਆਉਂਦੀਆਂ ਸੀ, a ਇੱਕ b ਹੁੰਦੀ ਸੀ ਤੇ ਇੱਕ c ਹੁੰਦੀ ਸੀ, ਤਾਂ ਉਹ a b c ਕੀ ਨੇ ਇੱਥੇ, ਇੱਥੇ ਨੂੰ x ਦਾ ਸਕੁਅਰ ਹੈ ਨਾ, ਉਹਦਾ ਕੋਐਫੀਸ਼ੀਐਂਟ ਕਿੰਨਾ ਹੈ 1, ਇਹਨੂੰ ਮੰਨ ਲਓ ਇਹ x ਹੈ, x ਪਾਵਰ 1 ਹੈ, ਉਹਦਾ ਕੋਐਫੀਸ਼ੀਐਂਟ ਕਿੰਨਾ ਸਾਡੇ ਕੋਲ 2b, ਤੇ ਕਾਂਸਟੈਂਟ ਟਰਮ ਕਿੰਨੀ ਹੈ ਓਮੇਗਾ ਨੋਟ ਦਾ ਸਕੁਅਰ, ਤਾਂ ਸਾਡੇ ਕੋਲ ਉੱਥੇ x ਦੀ ਵੈਲਿਊ ਕਿਵੇਂ ਕੱਢਦੇ ਸੀ, ਉਹੀ ਮੈਥਡ ਇੱਥੇ ਡਿਸਕ੍ਰਿਮੀਨੈਂਟ ਮਾਈਨਸ b ਪਲਸ ਮਾਈਨਸ ਇੱਥੇ ਕਿੰਨਾ ਆ ਜਾਣਾ b ਸਕੁਅਰ ਮਾਈਨਸ 4ac upon 2a, ਵੈਲਿਊਜ਼ ਪੁੱਟ ਕਰੋ, ਮਾਈਨਸ b ਦੀ ਵੈਲਿਊ ਕਿੰਨੀ ਹੈ ਸਾਡੇ ਕੋਲ 2b, ਇੱਥੇ ਪੁੱਟ ਕਰੋ,
ये है तो प्लस का पर माइनस का हो जाए प्लस माइनस रूट हम साडी कोल आ गया इत्थे जेड़ा पार्ट अगला b का स्केयर ਇਹਦਾ स्केयर करोगे तो 2 का स्केयर होगा तो 4 आ जाओ नाल b का स्केयर माइनस 4ac ए तो 1 है कोई फर्क ही नहीं पैना मल्टीप्लाई करना 4 नाल c है ना मीनस कितना आ जाएगा 4 ओमेगा नॉट का स्केयर अपॉन दे विच 2a ये ਤੁਹਾਡਾ ਬਾਣੀ कोई फर्क ही नहीं पैना ਹੁਣ ਤੁਸੀਂ ਕੀ ਨੋਟ ਕਰ ਰਹੇ ਹੋ ਵੀ ਇੱਥੋਂ ਕੀ ਚੀਜ਼ ਜਿਹੜੀ ਸਾਨੂੰ ਸਾਂਝੀ ਮਿਲ ਸਕਦੀ ਹੈ ਕਾਮਨ ਦੋਨਾਂ ਚੋਂ 4 4 ਨੂੰ रूट ਚੋਂ ਬਾਹਰ ਕੱਢੋਗੇ ਤਾਂ ਕਿੰਨਾ ਆਜੂਗਾ 2 2 ਉੱਪਰੋਂ ਵੀ ਤੇ ਨੀਚੋਂ ਵੀ ਸਾਂਝਾ ਕਰਕੇ ਕਰ ਦੋ ਕੈਂਸਲ ਤਾਂ ਤੁਹਾਡੇ ਕੋਲ ਪਾਰਟ ਕਿਹੜਾ ਹੈ ਜੀ ਮਾਈਨਸ b ਪਲੱਸ ਮਾਈਨਸ b ਸਕੁਅਰ ओमेगा नॉट ਦਾ ਸਕੁਅਰ अपॉन 2 ਇਹ 2 ਨਾਲ 2 ਕੀ ਹੋ ਜਾਊਗਾ ਕੈਂਸਲ ਹੋ ਜਾਊਗਾ ਹੁਣ ਤੁਹਾਡੇ ਕੋਲ 2 रूट ਜਿਹੜੇ ਉਹ ਤੇ ਰੈਡੀ ਹੋ ਜਾਣਗੇ ਇੱਥੇ ਆ ਕੇ ਫਸਟ रूट ਨੂੰ ਆਪਾਂ ਅਲਫਾ 1 ਮੰਨ ਕੇ ਚੱਲ ਪਾਂਗੇ ਉਹਦੀ ਵੈਲਿਊ ਕਿੰਨੀ ਹੈ ਜੀ ਇਹਦੇ ਵਿੱਚ ਆਪਾਂ ਪਲੱਸ ਰੱਖ ਲਾਂਗੇ b ਸਕੁਅਰ ਮੇਕ ਨੋਟ ਸਕੁਅਰ ਸੈਕੰਡ ਆਪਾਂ ਕੀ ਲੈਟ ਕਰ ਲਾਂਗੇ ਅਲਫਾ 2 माइनस b ਇਹ ਚ ਮਾਈਨਸ ਵਾਲਾ ਪਾਰਟ ਲੈਟ ਕਰ ਲਿਓ b ਸਕੁਅਰ ओमेगा नॉट ਦਾ ਸਕੁਅਰ ਇਹ ਤੁਹਾਡੇ ਕੋਲ ਦੋ ਰੂਟ ਆ ਗਏ ਜਦੋਂ ਆਪਣੇ ਕੋਲ ਦੋ ਰੂਟ ਆ ਜਾਣ ਤਾਂ ਤੁਸੀਂ ਉੱਥੇ ਡਿਫਰੈਂਸ਼ੀਅਲ ਇਕੁਏਸ਼ਨ ਕਿਵੇਂ ਬਣਾਉਂਦੇ ਹੋ ਜਿਹੜਾ ਮੈਥ ਵੱਲ x कांस्टेंट a ਉੱਥੇ ਸਮਾਲ ਲਿਖ ਲੈਂਦੇ ਸੀ c1 c2 c3 ਇੱਥੇ ਤੁਹਾਡੇ ਕੋਲ e ਰੇਜ਼ ਟੂ ਪਾਵਰ ਅਲਫਾ 1t ਅਗਲਾ ਤੁਹਾਡਾ कांस्टेंट ਕਿਹੜਾ ਆਜੂਗਾ ਨਵਾਂ a2 e ਰੇਜ਼ ਟੂ ਅਲਫਾ 2t ਹੁਣ ਅਸੀਂ ਵੈਲਿਊਜ਼ ਭਰਨੀਆਂ ਨੇ ਇੱਥੇ ਕਿਹਦੇ ਉੱਤੇ ਅਲਫਾ 1 ਤੇ ਅਲਫਾ 2 ਤਾਂ ਇਕੁਏਸ਼ਨ ਤੁਹਾਡੀ x as it a1 e raised to power alpha ना alpha 1 की वैल्यू कितनी है माइनस b प्लस रूट का अंडर पार्ट सा b स्क्वायर ओमेगा नॉट का स्क्वायर ते नाल कितना चो t प्लस a2 e raised to power alpha 2 है alpha 2 की वैल्यू क्या माइनस 2 माइनस b माइनस इतने जो ਤੁਹਾਡੇ ਕੋਲ b स्क्वायर माइनस ओमेगा नॉट ਦਾ स्क्वायर इनटू t ਇੱਥੇ ਕਰਨਾ ਹੁਣ ਆਪਾਂ ਜਿਹੜਾ ਆ t ਹੈ ਇਹਦੀ ਮਲਟੀਪਲਾਈ ਕਰ ਦੋ b ਨਾਲ ਵੀ ਤੇ ਇਸ ਪਾਰਟ ਨੂੰ ਉਸ ਤੋਂ ਬਾਅਦ ਆਪਾਂ ਇਹਨੂੰ ਕਾਮਨ ਕਰਾਂਗੇ ਕੁਝ ਬਸ ਤੁਹਾਡੀ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਤਿਆਰ ਹੋ ਜੂ ਫਿਰ ਉਸ ਤੋਂ ਬਾਅਦ ਆਪਾਂ ਟਾਈਪਸ ਆਫ ਡੈਂਪਿੰਗ ਦੇ ਤਿੰਨ ਕੇਸ ਜਿਹੜੇ ਡਿਸਕਸ ਕਰਾਂਗੇ ਉਹਦੇ ਬਾਰੇ ਤੁਸੀਂ ਉਹਨੂੰ ਗ੍ਰਾਫਿਕਲੀ ਇਹ ਬਸ ਮੈਂਸ਼ਨ ਕਰ ਦਿਓ फर्स्ट आप लिख दें लाइन लगा एक मिनट हम एक सर्कल आ गया x a1 e raised to power कितना जो माइनस dt ਇੱਥੇ ਨਾ t ਦੀ ਮਲਟੀਪਲਾਈ ਵੀ ਕਰ ਦੋ e ਰੇਜ਼ ਟੂ ਦੀਆਂ ਪਾਵਰਾਂ ਉਹ ਵੱਖਰੀਆਂ ਕਰ ਦੋ ਇੱਥੇ ਪਲੱਸ ਹੈ ਨਾ ਵਿਚਾਲੇ ਤੇ ਮਲਟੀਪਲਾਈ ਚ ਆਇਆ e ਰੇਜ਼ ਟੂ ਪਾਵਰ रूट b ਸਕੁਅਰ ओमेगा नॉट ਦਾ ਸਕੁਅਰ t ਇਹਦੇ ਨਾਲ ਹੀ ਕਿੰਨਾ ਆਜੂਗਾ a2 e ਰੇਜ਼ ਟੂ ਪਾਵਰ ਇੱਥੇ ਕੀ ਹੈ b ਕਾਹਦੀ ਹੈ ਮਾਈਨਸ ਦੀ ਤਾਂ ਮਾਈਨਸ bt ਇਹਦੇ ਨਾਲ ਇੱਥੇ ਮਲਟੀਪਲਾਈ ਕਰ ਜੋ e ਰੇਜ਼ ਟੂ ਪਾਵਰ ਮਾਈਨਸ रूट b ਸਕੁਅਰ
ओमेगा नॉट दा स्क्वायर टी। ਹੁਣ ਇਹਦੇ ਚੋਂ ਕੀ ਚੀਜ਼ ਜਿਹੜੀ ਆਪਾਂ ਨੂੰ ਸਾਂਝੀ ਮਿਲ ਸਕਦੀ ਹੈ? ਇੱਕ ਤਾਂ ਮੇਨ ਤਾਂ ਇੱਥੇ ਹੀ ਹੈ ਇਕੱਲਾ e raised to power minus b t, e raised to power minus b t, ਇਹਨੂੰ ਸਾਂਝਾ ਕਰ ਲਓ ਬਾਹਰ ਕਾਮਨ e raised to power minus b t। ਇੱਥੇ ਅਸੀਂ ਕੀ ਕਰਾਂਗੇ a1 e raised to power ਇਹ रूट वाला पार्ट एज इट मैंशन कर देंगे b स्क्वायर माइनस ओमेगा स्क्वायर t ਤੇ ਨਾਲ ਤੁਹਾਡੇ ਕੋਲ a2 ਤੇ e raised to power minus ਜਿਹੜਾ रूट वाला पार्ट एज इट है। ਇਹ ਤੁਹਾਡੇ ਕੋਲ ਕੀ ਹੈਗਾ ਇੱਕ ਸੋਲੂਸ਼ਨ ਆ ਗਿਆ ਤੇ a1 ਤੇ a2 ਆਪਾਂ ਕੀ ਲੈਤੇ ਇੱਥੇ ਇੱਕ ਕਾਂਸਟੈਂਟ ਜਿਹੜੇ ਡਿਪੈਂਡ ਕਰਨਗੇ, ਇਹ ਡਿਪੈਂਡ ਕਿਹਦੇ ਉੱਪਰ ਕਰਨਗੇ a1 ਤੇ a2 ਜਿਹੜੀਆਂ ਆਪਾਂ ਇਨੀਸ਼ੀਅਲ ਸ਼ੁਰੂਆਤ ਦੇ ਵਿੱਚ ਕੰਡੀਸ਼ਨਾਂ ਪ੍ਰੋਵਾਈਡ ਕਰਾਂਗੇ ਕਦ ਲਈ ਇੱਕ ਆਸੋਲੇਸ਼ਨ ਤੇ ਜਿੰਨੀ ਆਸੋਲੇਸ਼ਨ ਕਰਵਾਓਗੇ ਉਹਦੀ ਕੰਡੀਸ਼ਨ ਕੀ ਰੱਖੋਗੇ ਤੁਸੀਂ ਉਹਦੇ ਅਕੋਰਡਿੰਗ ਤੁਹਾਡੇ a1 ਤੇ a2 ਦੀਆਂ ਜਿਹੜੀਆਂ ਵੈਲਿਊਜ਼ ਉਹ ਆਉਣਗੀਆਂ ਜਗ੍ਹਾ 8 ਡਿਪੈਂਡ ਕਰੂਗੀ। ਹਾਂ ਵੀ ਇਹਦੇ ਵਿੱਚੋਂ ਕੋਈ ਕੁਐਰੀ ਹੈ ਤਾਂ ਮੈਂ ਰਿਪੀਟ ਕਰਦਾ जी क्लियर तो बच्चे ਆਪਾਂ ਥੋੜੀਆਂ ਜਿਹੀਆਂ ਟਾਈਪਸ ਡਿਸਕਸ ਕਰ ਲਈ ਡੈਂਪਿੰਗ ਦੇ। स्क्रीनशॉट ले सकते स्क्रीनशॉट कर लो यार कोई स्टेप देखना पैंदा बाद विच। ओके स्क्रीनशॉट हो गया। ठीक है ओके अपन नेक्स्ट स्लाइड वाल शिफ्ट करते हैं। Here we have code ਹੁਣ ਆਪਾਂ ऑसिलेशन ਜਿਹੜੀਆਂ ਉਹਦੀਆਂ ਟਾਈਪਸ ਸਟੱਡੀ ਕਰਨੀਆਂ ਵੀ ਡੈਂਪਿੰਗ ਕਿਸ ਤਰ੍ਹਾਂ ਹੁੰਦੀ ਆਪਾਂ ਇਹ ਸਟੱਡੀ ਕੀਤਾ ਸੀ ਨਾ ਵੀ ਡੈਂਪਿੰਗ ਦਾ ਮੀਨਿੰਗ ਕੀ ਹੁੰਦਾ ਵੀ ਜਦੋਂ ਸਾਡੀ ਕੋਈ ऑसिलेशन ਦੀ એનર્ਜੀ ਡਿਸਿਪੇਟ ਹੁੰਦੀ ਰਹਿੰਦੀ ਹੈ ਲਗਾਤਾਰ ਘਟਦੀ ਰਹਿੰਦੀ ਹੈ ਤਾਂ ਉਹ ਕਿਵੇਂ ਹੁੰਦਾ ਜਿਹੜੀ ਉਹਦੀਆਂ ऑसिलेशंस ਬਿਲਕੁਲ ਹੀ ਸਮੇਂ ਦੇ ਹਿਸਾਬ ਨਾਲ ਖਤਮ ਹੋ ਜਾਂਦੀਆਂ। ਕੁਝ ਆਪਾਂ ਰੀਜ਼ਨ ਪੜ੍ਹ ਰਹੇ ਸੀ ਡਿਸਕਸ ਡਰੈਗ ਹੋ ਸਕਦਾ ਜਿਹੜਾ ਮੀਡੀਅਮ ਦੇ ਕਾਰਨ ਜਾਂ ਪੈ ਗਿਆ ਸੀ ਵੀ ਉੱਥੇ ਫ੍ਰਿਕਸ਼ਨ ਵੀ ਬਣ ਸਕਦੀ ਹੈ ਜਿਹਦੇ ਕਾਰਨ ਕੀ ਹੈ ਡੈਂਪਿੰਗ ਜਿਹੜੀ ਉਹ ਹੋ ਜਾਂਦੀ ਹੈ ਜਾਂ ਉੱਥੇ ਆਪਾਂ ਕਿਹਾ ਸੀ ਵੀ ਕੁਛ ਉਹਦਾ ਰੀਸਟੋਰਿੰਗ ਫੈਕਟਰ ਵੀ ਜਿਹੜੇ ਉਹ ਐਕਟ ਕਰਦੇ ਜਿਹੜੀਆਂ ਤੁਹਾਡੀਆਂ ऑसिलेशन ਹੋਣਗੀਆਂ ਮੇਨਲੀ ਉਹਨਾਂ ਦੇ ਜੇ ਬਿਹੇਵੀਅਰ ਆਪਾਂ ਡਿਟਰਮਿਨ ਕਰਨਾ ਹੈ ਤਾਂ ਉਹ ਡਿਪੈਂਡ ਕਿਹਦੇ ਉੱਪਰ ਕਰੂ ਸਿਰਫ ਤੇ ਸਿਰਫ ਜਿਹੜਾ ਤੁਸੀਂ ਲਾਸਟ ਫੈਕਟਰ ਪੜ੍ਹ ਕੇ ਆਏ e raised to power b square माइनस ओमेगा नॉट दा स्क्वायर b की सी मैं दोबारा रिपीट करदा ਜਿਹੜਾ ਤੁਸੀਂ 2b ਕਰਕੇ ਆਏ ਸੀ ਪਿੱਛੇ ਉਹ ਕੀ ਸੀਗਾ r upon m r ਕਾਂਸਟੈਂਟ ਸੀ ਡੈਂਪਿੰਗ ਤੇ m ਉਹਦਾ ਮਾਸ ਸੀ ਜਿਹੜਾ ਆਪਾਂ ऑसिलेट ਕਰਵਾ ਰਹੇ ओमेगा नॉट ਕਿਨੂੰ ਪੁੱਟ ਕੀਤਾ ਸੀ s upon m s ਕੀ ਸੀ ਤੁਹਾਡੇ ਕੋਲੇ ਸਟਿਫਨੈਸ कांस्टेंट डैंपिंग फैक्टर ਤੇ ਇਹ ਜਿਹੜਾ ऑसिलेशंस ਨੂੰ ਖਤਮ ਕਰੂਗਾ ਹੋ ਗਿਆ ਆਰ ਸਟਿਫਨੈਸ ਕਿਹੜਾ ਸੀ ਜਿਹੜਾ ਇੱਕ ਸਪਰਿੰਗ ਹੈ ਜਿਵੇਂ ਮੰਨ ਲਓ ਤੁਸੀਂ ਉਹਨੂੰ ਸਟ੍ਰੈਚ ਕਰਦੇ ਹੋ ਖਿੱਚਦੇ ਹੋ ਸਟ੍ਰੈਚ ਕਰਨ ਨਾਲ ਖਿੱਚਣ ਨਾਲ ਜਿਹੜੀ ਉਹਦੇ ਅੰਦਰ ਉਹਦੀ ਰੀਸਟੋਰਿੰਗ ਫੋਰਸ ਨੂੰ ਵਾਪਸ ਲੈ ਕੇ ਆਉ ਉਹਨੂੰ ਕੀ ਬੋਲਦੇ ਆ ਨਾ ਸਟਿਫਨੈਸ ਕਾਂਸਟੈਂਟ ਤੇ ਇਹਦੇ ਉੱਪਰ ਆਪਣੀ
ਜਿਹੜੀਆਂ ਫੈਕਟਰਸ ਨੇ ਉਹ ਡਿਪੈਂਡ ਕਰਨਗੇ। ਤਾਂ ਤੁਸੀਂ ਕਹ ਲਓ ਜਿਹੜੀ B ਤੇ ਓਮੇਗਾ ਨੋਟ ਇਹਦੇ ਉੱਪਰ ਤੁਹਾਡੀਆਂ ਓਸੀਲੇਸ਼ਨਸ ਜਿਹੜੀਆਂ ਉਹ ਡਿਪੈਂਡ ਕਰਨਗੀਆਂ। ਆਪਾਂ ਫਸਟ ਕੇਸ ਕਰਦੇ ਹਾਂ ਇਹਦੇ ਵਿੱਚ ਓਕੇ ਹੈਗਾ ਓਸੀਲੇਸ਼ਨਸ ਦੇ ਵਿੱਚ ध्यान दो ओवर डैम्प मतलब बिल्कुल एकदम डाउन में चले जाना ना। हैवली डैम्पिंग का मतलब की है भी पहला तो ऑसिलेशन अपनी जो प्रोड्यूस करी सो तो बड़ी ज़्यादा सी वो एकदम ही की होगी डाउन चली तो इन्हें की कहते ओवर डैम्पिंग। इतने तुहानू मैंशन किया होया भी डैम्पिंग जी ब्लू कलर के नाल ग्राफ के जी ये वाली डैम्पिंग हो रही है वो एकदम हो रही है कॉन्सटेंट वे नाल नहीं हो रही ना करके आप इन्हू की कहांगे ये किहड़ी है हैवली डैम्पिंग। पर ये होगी किदों जो वैल्यू तुहाडी वो जिहड़ी बी दी बी स्केयर दी वो ग्रेटर किहदे नाल होगी ਉਹਦੀ ਰੀਸਟੋਰਿੰग ਫੋਰਸ ਨਾਲ यानी कि डैम्पिंग फैक्टर वध गया। डैम्पिंग फैक्टर किहदे ने थोड़ा सी तो फ्रिक्शन हो सकता है विस्कस ड्रैग हो सकता है हवा का फ्रिक्शन या मीडियम का कंसैप्ट भी इतने बी की आप वैल्यू की करके आए पिछे 2B किहदे कोल सीगा आर पॉन एम दे 2 डिवाइड च ले तो बी का मुल कितना आ जाना अपने को आर अपॉन 2M दोनों साइड स्केयर करोगे तो इधर आर का तो स्केयर आ जाऊगा नीचे कितना बन जाऊगा 4M स्केयर। तो तुम कह लो भी थोड़ा डैम्पिंग फैक्टर है बी की वैल्यू भरोगे इतनी आर स्केयर अपॉन 4M स्केयर ये ग्रेटर हो जाऊगी जो साडा स्टिफनेस कॉन्सटेंट है एस अपॉन एम ये ना ओमेगा स्केयर पुट किया सी इनू तो एस अपॉन एम इस करके ये एस अपॉन एम ही होगा ਤੁਹਾਡਾ ਜਿਹੜਾ ਰੀਸਟੋਰਿੰਗ ਫੋਰਸ ਹੈ ਉਹਦੀ ਇੱਕ ਸਪਰਿੰਗ ਦੀ ਜਦੋਂ ਔਸੀਲੇਸ਼ਨ ਕਰਵਾ ਰਹੇ ਹੋ ਉਹਦੇ ਨਾਲੋਂ ਡੈਂਪਿੰਗ ਫੈਕਟਰ ਜਿਹੜਾ ਜ਼ਿਆਦਾ ਹੋਣ ਕਰਕੇ ਜਿਹੜੀ ਇੱਕਦਮ ਜਿਹੜੀ ਆਪਣੀ ਔਸੀਲੇਸ਼ਨ ਕੀ ਹੋ ਜਾਣੀ ਹੈ ਉਹ ਖਤਮ ਹੋ ਜਾਣੀ। ਜੇ ਫਸਟ ਕੇਸ ਕਲੀਅਰ ਹੈ ਤਾਂ ਮੈਂ ਸੈਕੰਡ ਕਰਵਾਵਾਂ ਦੇਖੋ ਜਿਸ ਜ਼ਿਆਦਾ ਨਹੀਂ ਤੁਹਾਨੂੰ ਮੈਂਸ਼ਨ ਕਰਨ ਦੀ ਲੋੜ ਉੱਥੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ एक तो पेपर के क्या सूँ नाल डिस्कस करो सोल्यूशन के टाइप्स ऑफ डैम्पिंग एक तो तुम मैंशन करके आओगे उत्थे भी ऑसिलेशन डिपेंड की करनी है मेन फैक्टर हैडिंग बना के फिर तुम केस 1 डिस्कस करोगे भी ओवर डैम्पिंग का फिर वो कंडीशन की होगी फिर वो ग्राफ लोड करना ये काम करना जे मार्क्स देने अटैम्पटेशन सब तो मोस्ट इंपॉर्टेंट हो पेपर के जे फस्ट क्लीयर है तो मैं मैंशन कर दो फिर मैं सेकंड केस करवा ठीक है। अगला पॉइंट है कि अपने को क्रिटिकल डैम्पिंग क्रिटिकल कितों होगी क्रिटिकल पता की होंगे जी डैम्पिंग होगी वो थोड़ी ਉਹਦੇ ਵਿੱਚ ਜਿਹੜਾ ਆਪਣੇ ਕੋਲੇ ਫੈਕਟਰ ਹੈਗਾ ਡੈਂਪਿੰਗ ਤੇ ਦੂਸਰਾ ਕਿਹੜਾ ਹੈਗਾ ਸਟਿਫਨੈਸ ਕਾਂਸਟੈਂਟ ਜਿਹੜਾ ਰੀਸਟੋਰਿੰਗ ਫੋਰਸ ਦੇ ਕਾਰਨ ਪੈਦਾ ਹੁੰਦਾ ਉਹਦੇ ਕਾਰਨ ਕੀ ਹੋ ਜਾਊਗਾ ਇਹ ਵਾਲਾ ਪਾਰਟ ਦੋਨੇ ਆਪਸ ਵਿੱਚ ਕੀ ਆਣਗੇ ਇਕੁਅਲ ਆ ਜਾਣਗੇ ਤਾਂ b ਦੀ ਵੈਲਿਊ ਭਰਾਂਗੇ ਆਪਾਂ ਜਿਹੜੀ ਤਾਂ ਉਹ ਕੀ ਹੋ ਜੂਗੀ r ਸਕੁਅਰ ਅਪੋਨ 4m ਸਕੁਅਰ ਇਕੁਅਲ ਕੀ ਹੋ ਜੂਗੀ s ਅਪੋਨ m ਤਾਂ ਇਕੁਅਲ ਆ ਗਏ ਤਾਂ ਤੁਹਾਡੇ ਕੋਲ ਉੱਥੇ ਕੀ ਹੋਊਗੀ ਕ੍ਰਿਟੀਕਲ ਡੈਂਪਿੰਗ ਹੋਊਗੀ। ਕ੍ਰਿਟੀਕਲ ਡੈਂਪਿੰਗ ਮੀਨਸ ਤੁਸੀਂ ਇਹਨੂੰ ਇਹ ਕਲਰ ਦੇਖ ਸਕਦੇ ਹੋ ਪਿੰਕ ਉਹ ਡੈਂਪਿੰਗ ਜਿਹੜੀ ਹੋਊਗੀ ਉਹ ਕਨਸਟੈਂਟ ਵੇ ਨਾਲ ਡਿਕਰੀਜ਼ ਕਰੂਗਾ ਇੱਕਦਮ ਨਹੀਂ ਕਰੂਗਾ ਤਾਂ ਸਲੋਲੀ ਜਿਹੜਾ ਤੁਹਾਡੇ ਕੋਲ ਡੈਂਪਿੰਗ ਹੋਊਗੀ मतलब एक कॉन्स्टेंट वे नाल थोड़ा थोड़ा करके वो डिक्रीज होती जाएगी ਜਿਹੜੀ ਆਪਣੇ ਕੋਲ ਡੈਂਪਿੰਗ
ਨੈਕਸਟ ਹੈਗਾ ਤੁਹਾਡੇ ਕੋਲ ਥਰਡ ਪੀਸ ਲਾਈਟਲੀ ਡੈਂਪਡ। ਲਾਈਟਲੀ ਡੈਂਪਡ ਦੇ ਵਿੱਚ ਕੀ ਹੋਊਗਾ, ਤੁਹਾਡਾ ਡੈਂਪਿੰਗ ਫੈਕਟਰ ਜਿਹੜਾ ਉਹ ਘਟ ਜਾਣਾ ਕਿਹਦੇ ਨਾਲੋਂ, ਇੱਕ ਸਟਿਫਨੈਸ ਜਿਹੜੀ ਉਹਦੀ ਸਪਰਿੰਗ ਦੀ ਰੀਸਟੋਰਿੰਗ ਫੋਰਸ ਹੈ ਉਹਦੇ ਨਾਲੋਂ। ਤਾਂ ਇਹਦੇ ਨਾਲ ਕੀ ਨੁਕਸਾਨ ਜਾਂ ਆਪਣਾ ਕੀ ਹੋਣਾ ਵੀ ਡੈਂਪਿੰਗ ਤਾਂ ਹੋਊਗੀ ਬਟ ਉਹ ਬਹੁਤ ਕੀ ਹੋਈ ਸਲੋ। ਫਸਟ ਕੇਸ ਤਾਂ ਪਹਿਲੇ ਲਿਆ ਵੀ ਗ੍ਰੇਟਰ ਸੀਗਾ 1 ਨੰਬਰ ਕੇਸ ਦੇ ਵਿੱਚ ਡੈਂਪਿੰਗ ਫੈਕਟਰ, ਸੈਕੰਡ 'ਚ ਇਹ ਹੈਗੇ ਇਕੁਅਲ ਆ ਗਏ ਜੀ ਦੋਨੋਂ, ਡੈਂਪਿੰਗ ਫੈਕਟਰ ਤੇ ਰੀਸਟੋਰਿੰਗ ਫੋਰਸ ਦਾ ਪਾਰਟ, ਸਟਿਫਨੈਸ ਕਾਂਸਟੈਂਟ। ਥਰਡ 'ਚ ਕੀ ਹੋ ਗਿਆ, ਡੈਂਪਿੰਗ ਫੈਕਟਰ ਘਟ ਗਿਆ ਕਿਹਨੂੰ, ਰੀਸਟੋਰਿੰਗ ਫੋਰਸ ਘਟਣ ਕਰਕੇ ਜਿਹੜੀ ਡੈਂਪਿੰਗ ਉੱਥੇ ਬਹੁਤ ਲਾਈਟ ਹੋ ਗਈ। ਲਾਈਟ ਮੀਨਸ ਇੱਕ ਤੁਹਾਨੂੰ ਗ੍ਰੀਨ ਕਲਰ ਨਾਲ ਮੈਂਸ਼ਨ ਹੈ ਫਿਲਹਾਲ ਤਾਂ, ਤੁਸੀਂ ਜੇ ਦੇਖੋਗੇ ਨਾ ਜੇ ਤੁਸੀਂ ਫਸਟ ਕਰਵ ਤੇ ਸੈਕੰਡ ਕਰਵ ਨੂੰ ਸਟੱਡੀ ਕਰੋਗੇ ਇਸ ਟਾਈਮ ਤਾਂ ਉੱਥੇ ਤੁਹਾਨੂੰ ਪਤਾ ਲੱਗੂਗਾ ਵੀ ਜਿਹੜੀ ਡੈਂਪਿੰਗ ਹੋ ਰਹੀ ਹੈ ਫਸਟ ਤੇ ਸੈਕੰਡ ਦੇ ਨੂੰ ਕੰਪੇਅਰ ਕਰੋਗੇ ਤੇ ਜਾਂ ਅਗਰ ਫਸਟ ਤੇ ਸੈਕੰਡ ਜਾਂ ਸੈਕੰਡ ਤੇ ਥਰਡ ਵੇਵ ਨੂੰ ਕੰਪੇਅਰ ਕਰੋਗੇ ਆਸਲੇਸ਼ਨ ਤੋਂ, ਉਹ 'ਚ ਬਹੁਤ ਸਮਾਲ ਲਿਟਲ ਤੁਹਾਨੂੰ ਚੇਂਜ ਮਿਲੇਗਾ। ਇਹਨੂੰ ਕੀ ਕਹਿੰਦੇ ਲਾਈਟਲੀ ਡੈਂਪਡ। ਕ੍ਰਿਟੀਕਲ ਡੈਂਪਿੰਗ ਦੇ ਵਿੱਚ ਆਪਾਂ ਓਵਰਹਾਲ ਦੇਖਾਂਗੇ ਸਾਡੀ ਜਿਹੜੀ ਵੇਵ ਹੈ ਉਹਦੇ ਵਿੱਚ ਕੀ ਵੇਰੀਏਸ਼ਨ ਆ ਰਹੀ ਹੈ। ਤੁਹਾਡੀ ਵੇਵ ਬਣ ਗਈ ਇੱਥੇ, ਇੱਥੇ ਅਸੀਂ ਓਵਰਹਾਲ ਦੇਖਾਂਗੇ ਸਾਡਾ ਗ੍ਰਾਫ ਕਿਵੇਂ ਚੱਲ ਰਿਹਾ ਫਸਟ ਤੇ ਸੈਕੰਡ ਕੇਸ 'ਚ, ਫਸਟ ਤੇ ਥਰਡ ਸੌਰੀ ਸੈਕੰਡ ਕੇਸ 'ਚ ਆਪਾਂ ਦੇਖਾਂਗੇ ਉਹਨੂੰ ਵੀ ਉਹ ਡਿਕਰੀਜ਼ ਹੋ ਰਿਹਾ ਬਟ ਫਸਟ ਤੇ ਸੈਕੰਡ ਦੇ ਜਿਹੜੀ ਆਸਲੇਸ਼ਨ ਹੋਊਗੀ ਆਸਲੇਸ਼ਨਸ ਨੂੰ ਕੰਪੇਅਰ ਕਰਾਂਗੇ ਆਪਾਂ ਕ੍ਰਿਟੀਕਲ ਕੇਸ ਦੇ ਵਿੱਚ, ਇਹ ਗੱਲ ਦਾ ਧਿਆਨ ਰੱਖੋ। ਇਹ ਤੁਹਾਡੇ ਸੋਲੂਸ਼ਨ ਨੇ ਵੀ ਡੈਂਪਡ ਤੇ ਅਨਡੈਂਪਡ ਆਸਲੇਸ਼ਨਸ ਦੇ ਵਿੱਚ ਡਿਫਰੈਂਸ ਆਪਾਂ ਲਾਸਟ ਕਰ ਚੁੱਕੇ। ਹੁਣ ਇਸ ਤੋਂ ਬਾਅਦ ਕੱਲ ਆਪਾਂ ਜਿਹੜਾ ਟੌਪਿਕ ਕਰਨਾ ਹੈ ਉਹ ਡੈਂਪਡ ਇਲੈਕਟ੍ਰੀਕਲ ਆਸਲੇਟਰ ਕਰਨਾ ਹੈ, ਫਿਰ ਉਹਦਾ ਸੋਲੂਸ਼ਨ। ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਇਸ ਚੈਪਟਰ 'ਚ ਥੋੜਾ ਬਹੁਤਾ ਰਹਿ ਚੁੱਕਾ ਪਾਰਟ ਲੌਗਰਿਥਮ, ਡਿਕਰੀਮੈਂਟ ਤੇ ਕੁਆਲਿਟੀ ਫੈਕਟਰ ਇੰਪੋਰਟੈਂਟ ਨਹੀਂ, ਫਿਰ ਤੁਹਾਡਾ ਚੈਪਟਰ ਫਸਟ ਪਾਰਟ ਖਤਮ ਤੇ ਫਿਰ ਆਪਾਂ ਸੈਕੰਡ ਜਿਹੜਾ ਉਹ ਸਟਾਰਟ ਕਰਨਾ। ठीक है, तो भी डियर स्टूडेंट्स टाइम ना वेस्ट करिए, अपन तुसी अपनी स्टडी कर लो। ओके।